सत श्री अकाल, तुसीं देख रहे हो पंजाब मेल यूएसए टीवी। मैं वरुण कौर मान। खबरां दे बुलेटिन 'च तुहाडा स्वागत। पेश ने पहलां चुणवीआं खबरां। अमेरिका 65,000 विदेशी तकनीकी कामिਆਂ ਨੂੰ ਦੇਵੇਗਾ H1B ਵੀਜ਼ਾ। अमरीकी राष्ट्रपति बाइडन ਦਾ ਵੱਡਾ ਐਲਾਨ, ਇਸ ਆਮਦਨ ਵਰਗ ਦੇ ਵਿਦਿਆਰਥੀ ਦੇ ਸਟੂਡੈਂਟਸ ਲੋਨ ਹੋਣਗੇ ਮੁਆਫ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਇਮੀਗ੍ਰੇਸ਼ਨ ਬਾਰੇ ਕੀਤੇ ਨਵੇਂ ਐਲਾਨ। ਬ੍ਰਿਟੇਨ ਸ਼ੁਰੂ ਕਰ ਰਿਹਾ ਨਵੀਂ ਸਕੈਲਪ ਅਪ ਵੀਜ਼ਾ ਸਕੀਮ, ਭਾਰਤੀਆਂ ਨੂੰ ਲਾਭ ਹੋਣ ਦੀ ਹੈ ਉਮੀਦ। ਕੈਨੇਡਾ ਵਾਲਿਆਂ ਦੇ ਵਿਦੇਸ਼ ਗੇੜੇ ਵਧੇ ਨੇ 7 ਗੁਣਾ। ट्रंप ਵੱਲੋਂ ਬਾਈਡਨ ਸਰਕਾਰ ਵਿਰੁੱਧ ਮੁਕੱਦਮਾ ਦਾਇਰ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਅਮਰੀਕੀ ਸਾਲ 2023 ਲਈ 65,000 ਵਿਦੇਸ਼ੀ ਤਕਨੀਕੀ ਕਾਮਿਆਂ ਨੂੰ H1 ਵੀਜ਼ਾ ਦੇਣ ਜਾ ਰਿਹਾ। ਅਮਰੀਕੀ ਕਾਂਗਰਸ ਨੇ ਦੇਸ਼ ਦੇ ਇਮੀਗ੍ਰੇਸ਼ਨ ਮਹਿਕਮੇ ਨੂੰ ਇਸ ਨੂੰ ਲਾਜ਼ਮੀ ਕਰਨ ਲਈ ਕਿਹਾ ਹੈ। ਇਮੀਗ੍ਰੇਸ਼ਨ ਵਿਭਾਗ ਦੇ ਅਨੁਸਾਰ ਉਹਨਾਂ ਨੂੰ 65,000 H1B ਵੀਜ਼ਾ ਪ੍ਰਾਪਤ ਕਰਨ ਲਈ ਅਰਜ਼ੀਆਂ ਪ੍ਰਾਪਤ ਹੋ ਗਈਆਂ ਨੇ ਅਤੇ ਇਹ ਪਹਿਲੀ ਵਾਰ ਹੈ ਜਦੋਂ ਇੰਨੀਆਂ ਅਰਜ਼ੀਆਂ ਨੂੰ ਵੀਜ਼ਾ ਦਿੱਤਾ ਜਾਏਗਾ। USCIS ਅਨੁਸਾਰ ਵਿਭਾਗ ਨੇ ਇਸ ਨੂੰ ਅਮਲੀ ਜਾਮਾ ਪਵਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਬਿਨੇਕਾਰਾਂ ਨੂੰ ਸੂਚਨਾਵਾਂ ਭੇਜਣ ਦੀ ਕਾਰਵਾਈ ਵੀ ਪੂਰੀ ਕਰ ਲਈ ਹੈ। याद रहे, H1B ਵੀਜ਼ਾ ਇੱਕ ਗੈਰ ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਤਕਨੀਕੀ ਕਿੱਤਿਆਂ 'ਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਆਗਿਆ ਦਿੰਦਾ ਹੈ। ਇਸ ਲਈ ਅਮਰੀਕੀ ਟੈਕਨੋਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੇ ਰੱਖਣ ਲਈ ਇਸ ਤੇ ਨਿਰਭਰ ਕਰਦੀਆਂ ਨੇ। US ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਬਿਨੇਕਾਰਾਂ ਨੇ FY 2023 H1B ਵੀਜ਼ਾ ਸੰਖਿਆਤਮਕ ਅਲਾਟਮੈਂਟਸ ਰਾਹੀਂ ਰਜਿਸਟ੍ਰੇਸ਼ਨ ਸਹੀ ਢੰਗ ਨਾਲ ਜਮ੍ਹਾਂ ਕਰਵਾਈਆਂ ਸਨ ਪਰ ਉਹਨਾਂ ਨੂੰ ਚੁਣਿਆ ਨਹੀਂ ਗਿਆ, ਉਹ ਹੁਣ H1B ਵੀਜ਼ਾ ਪਟੀਸ਼ਨ ਦਾਇਰ ਕਰਨ ਦੇ ਯੋਗ ਨਹੀਂ ਹੋਣਗੇ। ਇਮੀਗ੍ਰੇਸ਼ਨ ਵਿਭਾਗ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ H1B ਵੀਜ਼ਾ ਧਾਰਕਾਂ ਦੇ ਅਮਰੀਕਾ ਵਿੱਚ ਰਹਿਣ ਦੇ ਸਮੇਂ ਨੂੰ ਵਧਾਉਣ ਲਈ ਦਾਇਰ ਪਟੀਸ਼ਨ ਨੂੰ ਸਵੀਕਾਰ ਕਰਨਾ ਜਾਰੀ ਰੱਖੇਗਾ ਅਤੇ H1B ਵੀਜ਼ਾ ਧਾਰਕਾਂ ਲਈ ਰੁਜ਼ਗਾਰ ਸ਼ਰਤਾਂ ਨੂੰ ਵੀ ਬਦਲੇਗਾ ਅਤੇ H1B ਵੀਜ਼ਾ ਧਾਰਕਾਂ ਨੂੰ ਮਾਲਕ ਬਦਲਣ ਦੀ ਆਗਿਆ ਵੀ ਦੇਗਾ ਅਤੇ ਨਾਲ ਹੋਰ ਕੰਮ ਕਰਨ ਦੀ ਵੀ ਆਗਿਆ ਦੇਗਾ। ਇਸ ਨਵੇਂ ਹੁਕਮਾਂ ਨਾਲ ਭਾਰਤੀ ਟੈਕਨੋਲੋਜੀ ਕਾਮਿਆਂ ਨੂੰ ਵੱਡਾ ਫਾਇਦਾ ਹੋਏਗਾ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕੀ ਵਿਦਿਆਰਥੀਆਂ ਨੂੰ ਰਾਹਤ ਦਿੰਦਿਆਂ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਅਮਰੀਕੀ ਵਿਦਿਆਰਥੀਆਂ ਲਈ ਕਰਜ਼ੇ ਮਾਫ ਕੀਤੇ ਜਾਣਗੇ ਜਿਨ੍ਹਾਂ ਦੀ ਸਾਲਾਨਾ ਆਮਦਨ $1,25,000 ਤੋਂ ਘੱਟ ਹੈ। ਵਿਦਿਆਰਥੀ ਲੋਨ ਵਿੱਚ ਕਟੌਤੀ ਕਰਨਾ ਬਾਈਡਨ ਪ੍ਰਸ਼ਾਸਨ ਦਾ ਇੱਕ ਵੱਡਾ ਚੋਣ ਵਾਅਦਾ ਸੀ। ਉਹਨਾਂ ਨੇ ਇਸ ਸੰਬੰਧ ਵਿੱਚ ਟਵੀਟ ਕਰਕੇ ਕਿਹਾ ਕਿ ਮੈਂ ਚੋਣਾਂ 'ਚ ਜੋ ਵੀ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਨ ਜਾ ਰਿਹਾ। ਅਸੀਂ ਮੱਧ ਵਰਗ ਲਈ ਕੁਝ ਰਾਹਤ ਦੇਣ ਦੀ ਜਨਵਰੀ 2023 ਵਿੱਚ ਕੁਝ ਅਮਰੀਕੀ ਵਿਦਿਆਰਥੀ ਕਰਜ਼ੇ ਮੁਆਫ ਜਾਂ ਕਟੌਤੀ ਕਰਨ ਜਾ ਰਹੇ ਹਾਂ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵਿਦਿਆਰਥੀ ਕਰਜ਼ਾ ਮਾਫੀ ਦਾ ਐਲਾਨ ਕੀਤਾ ਹੈ ਪਰ ਉਹਨਾਂ ਨੇ ਇਹ ਐਲਾਨ ਕੁਝ ਸ਼ਰਤਾਂ ਨਾਲ ਕੀਤਾ ਹੈ। ਇਹ ਸ਼ਰਤਾਂ ਕੁਝ ਜ਼ਰੂਰੀ ਨੇ। ਜੇਕਰ ਤੁਸੀਂ ਪੇਲ ਗ੍ਰਾਂਟ ਤੇ ਕਾਲਜ ਗਏ ਸੀ ਤਾਂ ਤੁਹਾਨੂੰ $20,000 ਤੋਂ ਛੋਟ ਮਿਲੇਗੀ ਅਤੇ ਜੇਕਰ ਤੁਸੀਂ ਪੇਲ ਗ੍ਰਾਂਟ ਦਾ ਲਾਭ ਨਹੀਂ ਲੈਂਦੇ ਹੋ ਤਾਂ ਤੁਹਾਨੂੰ $10,000 ਦੀ ਛੋਟ ਮਿਲੇਗੀ। ਇਸ ਤੇ ਇਹ ਵੀ ਹੈ ਕਿ ਛੋਟ ਕੇਵਲ ਉਹਨਾਂ ਲੋਕਾਂ ਨੂੰ ਹੀ ਮਿਲੇਗੀ ਜਿਨ੍ਹਾਂ ਦੀ ਸਾਲਾਨਾ ਆਮਦਨ $1,25,000 ਤੋਂ ਘੱਟ ਹੈ। ਇਸ ਦੇ ਨਾਲ ਹੀ ਬਾਈਡਨ ਪ੍ਰਸ਼ਾਸਨ ਨੇ ਦਸੰਬਰ 2022 ਤੱਕ ਕਰਜ਼ੇ ਦੀ ਅਦਾਇਗੀ ਨੂੰ ਘਟਾ ਦਿੱਤਾ ਹੈ। 31 ਦਸੰਬਰ 2022 ਤੱਕ ਕੋਈ ਕਰਜ਼ਾ ਨਹੀਂ ਦੇਣਾ ਪਏਗਾ। ਇਸ ਤੋਂ ਬਾਅਦ ਵੀ ਜੇਕਰ ਤੁਸੀਂ ਲੋਨ ਜਮ੍ਹਾਂ ਕਰਦੇ ਹੋ ਤਾਂ ਤੁਹਾਨੂੰ ਉਸ ਲੋਨ ਲਈ ਕੇਵਲ ਆਪਣੀ ਆਮਦਨ ਦਾ 5% ਜਮ੍ਹਾਂ ਕਰਨਾ ਹੋਏਗਾ। ਉਦਾਹਰਨ ਦੇ ਲਈ ਜੇਕਰ ਤੁਹਾਡੀ ਆਮਦਨ $100 ਪ੍ਰਤੀ ਮਹੀਨਾ ਹੈ ਤਾਂ ਤੁਹਾਨੂੰ $5 ਦੀ ਲੋਨ ਦੀ ਕਿਸ਼ਤ ਜਮ੍ਹਾਂ ਕਰਨ ਦੀ ਲੋੜ ਹੋਏਗੀ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਇਮੀਗ੍ਰੇਸ਼ਨ ਸਿਸਟਮ ਬਾਰੇ ਨਵੀਂ ਜਾਣਕਾਰੀ ਦਿੰਦਿਆਂ ਕਿਹਾ ਕਿ IRCC ਨੇ ਲੋਕਾਂ ਨੂੰ ਇਮੀਗ੍ਰੇਸ਼ਨ ਬੈਕਲੌਗ ਨੂੰ ਟਰੈਕ ਕਰਨ ਦੀ ਮਨਜ਼ੂਰੀ ਦੇਣ ਲਈ ਨਵੀਂ ਵੈਬਸਾਈਟ ਲਾਂਚ ਕੀਤੀ ਹੈ। ਉਹਨਾਂ ਨੇ ਵੈਨਕੂਵਰ ਵਿੱਚ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਅਰਜ਼ੀਆਂ ਦੇ ਬੈਕਲੌਗ ਨੂੰ ਘਟਾਉਣ, ਕਲਾਇੰਟ ਦੇ ਤਜਰਬੇ ਵਿੱਚ ਸੁਧਾਰ ਕਰਨ ਅਤੇ ਮਜ਼ਦੂਰਾਂ ਦੀ ਕਮੀ ਨੂੰ ਦੂਰ ਕਰਨ ਲਈ ਚੱਲ ਰਹੇ ਕੰਮ ਬਾਰੇ ਗੱਲ ਕੀਤੀ ਹੈ। ਉਹਨਾਂ ਨੇ ਪ੍ਰੋਸੈਸਿੰਗ ਸਮਰੱਥਾ ਨੂੰ ਤੇਜ਼ ਕਰਨ ਅਤੇ ਬੈਕਲੌਗ ਨੂੰ ਘਟਾਉਣ ਲਈ 1,250 ਨਵੇਂ ਕਰਮਚਾਰੀਆਂ ਦੀ ਨਿਯੁਕਤੀ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। IRCC ਨੇ 2021 ਵਿੱਚ 4,50,000 ਨਵੇਂ ਸਥਾਈ ਨਿਵਾਸੀਆਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਸੀ ਜਦਕਿ 2022 ਵਿੱਚ ਇਮੀਗ੍ਰੇਸ਼ਨ ਪੱਧਰ ਤੇ ਯੋਜਨਾ ਦੇ ਆਧਾਰ ਤੇ 4,31,000 ਦਾ ਟੀਚਾ ਮਿੱਥਿਆ ਹੈ। जनवरी तो 31 जुलाई दरमियान 2,75,000 नवे स्थाई निवासी आए ने। इस अरसे विच 3,49,000 नवे वर्क परमिट जारी किए गए ने जिन्हां विच 2,20,000 ओपन वर्क परमिट शामिल ने। IRCC का कहना है कि मनुखी संकटां प्रति कैनेडा के जवाब ते मौजूदा मंगां नूं पूरा करन लई बुढ़ापे की टैक्नोलॉजी नूं अपडेट करन कारण प्रोसैसिंग च देरी हो रही है। जुलाई के अंत विच कारोबार दीआं सारियां लाइनां विच लगभग
54% ਅਰਜ਼ੀਆਂ ਆਈਆਂ ਨੇ। IRCC ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ 80% ਨਵੀਆਂ ਅਰਜ਼ੀਆਂ ਨੂੰ ਆਪਣੀ ਸੇਵਾ ਦੇ ਅਧੀਨ ਲਿਆਏਗਾ। ਬੈਕਲੌਗ ਵਿੱਚ IRCC ਨੇ ਐਲਾਨ ਕੀਤਾ ਹੈ ਕਿ ਉਹ ਆਪਣੀ ਵੈਬਸਾਈਟ ਤੇ ਮਹੀਨਾਵਾਰ ਡਾਟਾ ਪ੍ਰਕਾਸ਼ਿਤ ਕਰੇਗਾ ਤੇ ਮੌਜੂਦਾ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਕੀਤੇ ਜਾ ਰਹੇ ਵਾਧੂ ਉਪਾਅ ਬਾਰੇ ਆਉਣ ਵਾਲੇ ਹਫ਼ਤਿਆਂ 'ਚ ਹੋਰ ਜਾਣਕਾਰੀ ਸਾਂਝੀ ਕਰੇਗਾ। ਹਾਲਾਂਕਿ IRCC ਦੁਆਰਾ ਹੁਣ ਤੱਕ ਜਾਰੀ ਕੀਤੇ ਗਏ ਹੋਰ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ 31 ਜੁਲਾਈ ਤੱਕ 2.4 ਮਿਲੀਅਨ ਬਿਨੇਕਾਰਾਂ ਦਾ ਬੈਕਲੌਗ ਘਟਿਆ। ਬ੍ਰਿਟੇਨ ਆਪਣੀ ਨਵੀਂ ਸਕੈਲਪ ਵੀਜ਼ਾ ਸਕੀਮ ਨਾਲ ਭਾਰਤ ਸਮੇਤ ਦੁਨੀਆ ਭਰ ਦੇ ਹੋਰ ਹੁਨਰਮੰਦ ਪੇਸ਼ੇਵਰਾਂ ਨੂੰ ਆਕਰਸ਼ਿਤ ਕਰਨ ਦਾ ਇੱਛੁਕ ਹੈ। ਗ੍ਰਹਿ ਦਫ਼ਤਰ ਦੇ ਅਧਿਕਾਰਤ ਅੰਕੜਿਆਂ ਦੇ ਅਨੁਸਾਰ ਪਿਛਲੇ ਕੁਝ ਸਾਲਾਂ ਤੋਂ ਟੀਅਰ 2 ਵੀਜ਼ਾ ਸ਼੍ਰੇਣੀ ਦੇ ਤਹਿਤ ਦਿੱਤੇ ਗਏ ਹੁਨਰਮੰਦ ਲੇਬਰ ਵੀਜ਼ਿਆਂ ਵਿੱਚ ਭਾਰਤੀਆਂ ਦੀ ਗਿਣਤੀ ਬਹੁਤ ਜ਼ਿਆਦਾ ਰਹੀ ਹੈ ਅਤੇ ਇਸ ਨਵੀਂ ਵੀਜ਼ਾ ਯੋਜਨਾ ਦਾ ਵੀ ਭਾਰਤੀਆਂ ਨੂੰ ਲਾਭ ਹੋਣ ਦੀ ਉਮੀਦ ਹੈ। ਸਕੈਲਪ ਵੀਜ਼ਾ ਦੇ ਤਹਿਤ ਛੋਟੇ ਪੱਧਰ ਦੇ ਉਦਯੋਗ ਦੇ ਨਾਲ-ਨਾਲ ਟੈਕਨੋਲੋਜੀ ਅਤੇ ਵਿੱਤੀ ਸੇਵਾਵਾਂ ਦੇ ਖੇਤਰ ਨਾਲ ਜੁੜੀਆਂ ਕੰਪਨੀਆਂ ਹੁਨਰਮੰਦ ਪੇਸ਼ੇਵਰਾਂ ਨੂੰ ਆਪਣੇ ਨਾਲ ਜੁੜਨ ਦੀ ਪੇਸ਼ਕਸ਼ ਕਰਦੀਆਂ ਨੇ। ਇਸ ਸਕੀਮ ਤਹਿਤ ਪੇਸ਼ੇਵਰਾਂ ਨੂੰ 2 ਸਾਲਾਂ ਲਈ ਬ੍ਰਿਟੇਨ ਵਿੱਚ ਰਹਿਣ ਦੀ ਆਗਿਆ ਦਿੱਤੀ ਜਾਏਗੀ। ਇਮੀਗ੍ਰੇਸ਼ਨ ਮੰਤਰੀ ਕੈਵਿਨ ਫੋਸਟਰ ਨੇ ਕਿਹਾ ਕਿ ਸਾਡੇ ਸਕੈਲਪ ਵੀਜ਼ਾ ਰਾਹੀਂ ਅਸੀਂ ਕਾਰੋਬਾਰਾਂ ਨੂੰ ਉਹਨਾਂ ਦੇ ਵਿਕਾਸ ਅਤੇ ਨਵੀਨਤਾ ਤੇ ਧਿਆਨ ਕੇਂਦਰਿਤ ਕਰਨ ਦੇ ਯੋਗ ਬਣਾ ਰਹੇ ਹਾਂ ਤਾਂ ਕਿ ਵਿਭਿੰਨ ਹੁਨਰਾਂ ਅਤੇ ਤਜਰਬੇਕਾਰ ਪੇਸ਼ੇਵਰਾਂ ਨੂੰ ਆਪਣੇ ਨਾਲ ਜੋੜਨ ਦੀ ਵਧੇਰੇ ਆਜ਼ਾਦੀ ਮਿਲ ਸਕੇ। ਹਵਾਈ ਅੱਡਿਆਂ ਤੇ ਲੰਬੀਆਂ ਕਤਾਰਾਂ ਅਤੇ ਫਲਾਈਟਸ ਰੱਦ ਹੋਣ ਵਰਗੀਆਂ ਮੁਸ਼ਕਲਾਂ ਵੀ ਕੈਨੇਡਾ ਵਾਸੀਆਂ ਅੰਦਰ ਪੈਦਾ ਹੋਏ ਸੈਰ ਸਪਾਟੇ ਦੇ ਚਾਅ ਨੂੰ ਮੱਠਾ ਨਾ ਕਰ ਸਕੀਆਂ ਅਤੇ ਇਹਨਾਂ ਦੇ ਵਿਦੇਸ਼ਾਂ ਵੱਲ ਗੇੜੇ 7 ਗੁਣਾ ਵੱਧ ਗਏ। ਸਮਾਨ ਗੁੰਮ ਹੋਣ ਵਰਗੀਆਂ ਚਿੰਤਾਵਾਂ ਵੀ ਬਿਲਕੁਲ ਪਰਵਾਹ ਨਾ ਕਰਦਿਆਂ 5,71,000 ਤੋਂ ਵੱਧ ਕੈਨੇਡੀਅਨਸ ਨੇ ਜੂਨ ਮਹੀਨੇ ਦੌਰਾਨ 7 ਸਮੁੰਦਰ ਪਾਰ ਕੀਤੇ। ਭਾਵੇਂ ਕੈਨੇਡਾ ਵਾਸੀਆਂ ਵੱਲੋਂ ਵਿਦੇਸ਼ ਜਾਣ ਦਾ ਰੁਝਾਨ ਮਹਾਮਾਰੀ ਤੋਂ ਪਹਿਲਾਂ ਵਾਲੇ ਪੱਧਰ ਤੇ ਨਹੀਂ ਆਇਆ, ਪਰ ਜੂਨ 2021 ਦੇ ਮੁਕਾਬਲੇ ਵਿਦੇਸ਼ੀ ਧਰਤੀ ਦੇ ਗੇੜੇ 60% ਦੇ ਕਰੀਬ ਵਧੇ ਨੇ। ਜੀ ਹਾਂ, 26 ਲੱਖ ਤੱਕ ਪਹੁੰਚ ਗਏ ਨੇ। ਜੂਨ 2019 ਵਿੱਚ ਵਿਦੇਸ਼ੀ ਧਰਤੀ ਦੇ ਗੇੜਿਆਂ ਦੀ ਗਿਣਤੀ 43 ਲੱਖ ਦਰਜ ਕੀਤੀ ਗਈ ਸੀ। ਜੂਨ 2022 ਵਿੱਚ 5,71,000 ਲੋਕ ਵਿਦੇਸ਼ ਤੋਂ ਪਰਤ ਆਏ ਅਤੇ ਇਹਨਾਂ ਵਿੱਚ ਅਮਰੀਕਾ ਜਾਣ ਵਾਲੇ ਸ਼ਾਮਲ ਨਹੀਂ ਸਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ FBI ਦੇ ਛਾਪੇ ਵਿਰੁੱਧ ਬਾਈਡਨ ਸਰਕਾਰ ਵਿਰੁੱਧ ਮੁਕੱਦਮਾ ਦਾਇਰ ਕੀਤਾ ਗਿਆ। ਟਰੰਪ ਨੇ ਆਪਣੀ ਅਰਜ਼ੀ ਵਿੱਚ ਮੰਗ ਕੀਤੀ ਹੈ ਕਿ FBI ਨੂੰ ਉਦੋਂ ਤੱਕ ਦਸਤਾਵੇਜ਼ ਪੜ੍ਹਨ ਤੇ ਰੋਕ ਦਿੱਤਾ ਜਾਏ ਜਦੋਂ ਤੱਕ ਅਦਾਲਤੀ ਨੁਮਾਇੰਦਾ ਨਿਯੁਕਤ ਨਹੀਂ ਕੀਤਾ ਜਾਂਦਾ। ਮੀਡੀਆ ਰਿਪੋਰਟਾਂ ਦੇ ਮੁਤਾਬਕ ਟਰੰਪ ਵਿਰੁੱਧ ਦੇਸ਼ ਧਰੋਹ ਕਾਨੂੰਨ ਤਹਿਤ ਕਾਰਵਾਈ ਕੀਤੀ ਗਈ ਹੈ ਅਤੇ ਉਹਨਾਂ ਦੇ ਘਰੋਂ ਬਰਾਮਦ ਕੁਝ ਦਸਤਾਵੇਜ਼ ਪਰਮਾਣੂ ਹਥਿਆਰਾਂ ਨਾਲ ਸੰਬੰਧਿਤ ਨੇ। ਛਾਪਿਆਂ ਦੀ ਘਟਨਾ ਨੇ ਟਰੰਪ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ, ਜੋ ਪਹਿਲਾਂ ਹੀ ਚੋਣ ਨਤੀਜੇ ਰੱਦ ਕਰਨ ਅਤੇ ਨਿਊਯਾਰਕ ਵਿੱਚ ਕਾਰੋਬਾਰੀ ਮਾਮਲਿਆਂ ਬਾਰੇ ਪੜਤਾਲ ਵਿੱਚ ਘਿਰੇ ਹੋਏ ਨੇ। ਯਾਦ ਰਹੇ ਕਿ ਡੋਨਾਲਡ ਟਰੰਪ ਨੇ ਜਾਲੀ ਵੋਟਾਂ ਪੈਣ ਦਾ ਦਾਅਵਾ ਕਰਦਿਆਂ ਜੋ ਬਾਈਡਨ ਤੋਂ ਹਾਰ ਕਬੂਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਸੋਮਵਾਰ ਨੂੰ ਦਾਇਰ ਮੁਕੱਦਮੇ ਵਿੱਚ ਟਰੰਪ ਨੇ FBI ਦੇ ਛਾਪੇ ਨੂੰ ਹੈਰਾਨਕੁਨ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਜ਼ਿਆਦਾਤਰ ਅਮਰੀਕੀ ਨਾਗਰਿਕਾਂ ਵਿੱਚ ਘਬਰਾਹਟ ਪੈਦਾ ਹੋਈ ਗਈ ਅਤੇ ਨਿਆਂ ਵਿਭਾਗ ਤੇ ਗੈਰ ਵਾਜਬ ਕਦਮ ਉਠਾਉਣ ਦੇ ਦੋਸ਼ ਵੀ ਲੱਗੇ ਨੇ। यूक्रेन ਤੇ ਰੂਸ ਦੇ ਹਮਲੇ ਦੇ 6 ਮਹੀਨੇ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਨੂੰ $2.98 ਅਰਬ ਦੀ ਨਵੀਂ ਫੌਜੀ ਸਹਾਇਤਾ ਭੇਜਣ ਦਾ ਬੁੱਧਵਾਰ ਨੂੰ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਸ ਫੌਜੀ ਸਹਾਇਤਾ ਰਾਹੀਂ ਯੂਕਰੇਨ ਦੀ ਫੌਜ ਆਉਣ ਵਾਲੇ ਸਾਲਾਂ 'ਚ ਲੜਾਈ 'ਚ ਸਮਰੱਥ ਹੋ ਪਾਏਗੀ। ਬਾਈਡਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਸਹਾਇਤਾ ਰਾਹੀਂ ਯੂਕਰੇਨ ਹਵਾਈ ਰੱਖਿਆ ਪ੍ਰਣਾਲੀ, ਤੋਪਖਾਨਾ ਪ੍ਰਣਾਲੀ ਅਤੇ ਯੁੱਧ ਡਰੋਨ ਅਤੇ ਹੋਰ ਉਪਕਰਨ ਹਾਸਲ ਕਰੇਗਾ। ਨਾਲ ਹੀ ਉਹ ਲੰਬੇ ਸਮੇਂ ਤੱਕ ਆਪਣੀ ਰੱਖਿਆ ਨੂੰ ਵੀ ਯਕੀਨ ਕਰ ਸਕੇਗਾ। ਬਾਈਡਨ ਨੇ ਐਲਾਨ ਕੀਤਾ ਕਿ ਅਜਿਹੇ ਸਮੇਂ 'ਚ ਜਦ ਯੂਕਰੇਨ ਸੋਵੀਅਤ ਸੰਘ ਤੋਂ ਆਜ਼ਾਦੀ ਦੇ 1991 ਦੇ ਆਪਣੇ ਐਲਾਨ ਦਾ ਸਮਾਰੋਹ ਮਨਾ ਰਿਹਾ, ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਸੁਤੰਤਰਤਾ ਦਿਵਸ ਯੂਕਰੇਨ ਦੇ ਕਈ ਲੋਕਾਂ ਲਈ ਦਰਦਨਾਕ ਵੀ ਹੈ ਕਿਉਂਕਿ ਰੂਸ ਦੇ ਹਮਲੇ 'ਚ ਹਜ਼ਾਰਾਂ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ ਨੇ, ਲੱਖਾਂ ਲੋਕਾਂ ਨੂੰ ਬੇਘਰ ਹੋਣਾ ਪਿਆ ਤੇ ਕਈ ਲੋਕ ਰੂਸੀ ਅਤਿਆਚਾਰਾਂ ਅਤੇ ਹਮਲਿਆਂ ਦਾ ਸ਼ਿਕਾਰ ਹੋਏ ਨੇ। ਉਹਨਾਂ ਨੇ ਕਿਹਾ ਕਿ ਪਰ 6 ਮਹੀਨੇ ਤੋਂ ਲਗਾਤਾਰ ਹੋ ਰਹੇ ਹਮਲਿਆਂ ਦੇ ਕਾਰਨ ਯੂਕਰੇਨ ਦੇ ਲੋਕ ਮਜ਼ਬੂਤ ਹੋਏ ਨੇ ਅਤੇ ਉਹਨਾਂ ਨੇ ਆਪਣੇ ਦੇਸ਼ ਦਾ ਮਾਣ ਹੋਰ ਵਧਾਇਆ। ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਸੁਰੱਖਿਆ ਸਹਾਇਤਾ ਪੈਕੇਜ ਦੇ ਉਲਟ ਇਸ ਵਾਰ ਦੀ ਆਰਥਿਕ ਸਹਾਇਤਾ ਦਾ ਉਦੇਸ਼ ਯੂਕਰੇਨ ਨੂੰ ਲੰਬੇ ਸਮੇਂ ਤੱਕ ਆਪਣੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ 'ਚ ਸਹਾਇਤਾ ਕਰਨਾ ਹੈ। ਬਾਈਡਨ ਨੇ ਕਿਹਾ ਕਿ ਯੂਕਰੇਨ ਦੇ ਲੋਕਾਂ ਦੀ ਸਹਾਇਤਾ ਕਰਨ ਲਈ ਅਮਰੀਕਾ ਵਚਨਬੱਧ ਹੈ ਕਿਉਂਕਿ ਉਹ ਆਪਣੀ ਪ੍ਰਭੂਸੱਤਾ ਦੀ ਰੱਖਿਆ ਲਈ ਲੜਾਈ ਜਾਰੀ ਰੱਖੇ ਹੋਏ ਨੇ।
ਅਮਰੀਕਾ 'ਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਵਾਸ਼ਿੰਗਟਨ ਡੀਸੀ ਅਤੇ ਬਾਲਟਿਮੋਰ ਵਿੱਚ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ਵਾਪਰੀਆਂ। ਗੋਲੀਬਾਰੀ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 9 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਬੁੱਧਵਾਰ ਦੁਪਹਿਰ 12:50 ਤੇ ਬੁਲਾਇਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਉਹ ਸਟਰੀਟ NW ਨੇੜੇ ਇੱਕ ਸੀਨੀਅਰ ਨਾਗਰਿਕ ਦੇ ਘਰ ਦੇ ਸਾਹਮਣੇ 5 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ, ਜਿਸ ਵਿੱਚ 2 ਦੀ ਮੌਤ ਹੋ ਗਈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਇੱਕ ਬੰਦੂਕਧਾਰੀ ਨੇ 5 ਲੋਕਾਂ ਨੂੰ ਗੋਲੀ ਮਾਰ ਦਿੱਤੀ ਹੈ, ਜਿਸ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਬਾਲਟਿਮੋਰ 'ਚ ਗੋਲੀਬਾਰੀ ਦੀ ਘਟਨਾ 'ਚ 1 ਦੀ ਮੌਤ ਹੋ ਗਈ। ਇਸ ਦੇ ਨਾਲ ਹੀ 6 ਲੋਕ ਜ਼ਖਮੀ ਦੱਸੇ ਜਾ ਰਹੇ ਨੇ। ਗੋਲੀਬਾਰੀ ਦੀ ਇਹ ਘਟਨਾ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਉਹ ਸਟਰੀਟ NW ਨੇੜੇ ਵਾਪਰੀ ਹੈ। ਗੋਲੀਬਾਰੀ ਦੀ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਕਾਰਜਕਾਰੀ ਸਹਾਇਕ ਮੁਖੀ ਆਸ਼ਾਨ ਨੇ ਕਿਹਾ ਕਿ ਪੁਲਿਸ ਇੱਕ ਕਾਲੇ ਸਪੋਰਟਸ ਯੂਟਿਲਿਟੀ ਵਾਹਨ ਦੀ ਤਲਾਸ਼ ਕਰ ਰਹੀ ਸੀ, ਜੋ ਕੈਪੀਟਲ ਸਟਰੀਟ NW ਤੋਂ ਦੱਖਣ ਵੱਲ ਜਾ ਰਹੀ ਸੀ ਅਤੇ ਉਹ ਸਟਰੀਟ ਦੇ ਸੱਜੇ ਮੁੜਿਆ ਸੀ। ਘੱਟੋ-ਘੱਟ 2 ਬੰਦੂਕਧਾਰੀ ਕਾਰ ਤੋਂ ਬਾਹਰ ਨਿਕਲੇ ਅਤੇ ਗੋਲੀਆਂ ਚਲਾ ਦਿੱਤੀਆਂ। ਆਸ਼ਾਨ ਬੈਨਡਿਕਟ ਨੇ ਕਿਹਾ ਕਿ ਸਾਨੂੰ ਇਸ ਤੇ ਆਮ ਲੋਕਾਂ ਦੀ ਮਦਦ ਦੀ ਲੋੜ ਪੈਗੀ। ਬੈਨਡਿਕਟ ਨੇ ਮੀਡੀਆ ਨੂੰ ਕਿਹਾ ਕਿ ਉਮੀਦ ਹੈ ਕਿ ਗਵਾਹ ਅੱਗੇ ਆਉਣਗੇ ਅਤੇ ਵੀਡੀਓ ਫੁਟੇਜ ਪ੍ਰਦਾਨ ਕਰਨਗੇ। ਅਜੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਪੀੜਤ ਸੀਨੀਅਰ ਸਿਟੀਜ਼ਨ ਦੇ ਘਰ ਦੇ ਵਸਨੀਕ ਸਨ ਜਾਂ ਨਹੀਂ। ਬੈਨਡਿਕਟ ਨੇ ਕਿਹਾ ਕਿ ਵਾਸ਼ਿੰਗਟਨ ਡੀਸੀ ਵਿੱਚ ਜਿਸ ਬਲਾਕ 'ਚ ਗੋਲੀਬਾਰੀ ਹੋਈ ਹੈ ਉਸ ਨੂੰ ਓਪਨ 에ਅਰ ਡਰੱਗ ਮਾਰਕੀਟ ਵਜੋਂ ਜਾਣਿਆ ਜਾਂਦਾ ਹੈ। ਬੈਨਡਿਕਟ ਨੇ ਕਿਹਾ ਕਿ ਪੁਲਿਸ ਲਗਾਤਾਰ ਇਲਾਕੇ ਦੀ ਨਿਗਰਾਨੀ ਕਰਦੀ ਹੈ ਤੇ ਨਸ਼ੇ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਕੀਲਾਂ ਨੇ ਅਦਾਲਤ ਵਿੱਚ ਸੰਘੀ ਜਾਂਚ ਬਿਊਰੋ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਫਲੋਰੀਡਾ ਸਥਿਤ ਟਰੰਪ ਦੀ ਰਿਹਾਇਸ਼ ਤੋਂ ਮਿਲੇ ਦਸਤਾਵੇਜ਼ਾਂ ਦੀ ਸਮੀਖਿਆ ਕਰਨ ਤੋਂ ਉਦੋਂ ਤੱਕ ਰੋਕਣ ਦੀ ਅਪੀਲ ਕੀਤੀ ਹੈ, ਜਦੋਂ ਤੱਕ ਕਿ ਇਹਨਾਂ ਦੀ ਜਾਂਚ ਕਰਨ ਲਈ ਇੱਕ ਨਿਰਪੱਖ ਵਿਸ਼ੇਸ਼ ਮਾਸਟਰ ਦੀ ਨਿਯੁਕਤੀ ਨਹੀਂ ਹੋ ਜਾਂਦੀ। ਜ਼ਿਕਰਯੋਗ ਹੈ ਕਿ FBI ਨੇ ਟਰੰਪ ਦੇ ਮਾਰੇ ਲਾਗੋ ਰਿਹਾਇਸ਼ ਤੇ ਛਾਪਾ ਮਾਰ ਕੇ ਉੱਥੋਂ ਗੁਪਤ ਦਸਤਾਵੇਜ਼ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਕਾਰਵਾਈ ਤੋਂ ਬਾਅਦ ਪਹਿਲੀ ਵਾਰ ਟਰੰਪ ਦੇ ਕਾਨੂੰਨੀ ਦਲ ਨੇ ਅਰਜ਼ੀ ਦਾਇਰ ਕੀਤੀ ਹੈ। ਇਹ ਅਰਜ਼ੀ ਅਜਿਹੇ ਸਮੇਂ ਦਾਖਲ ਕੀਤੀ ਗਈ ਹੈ ਜਦੋਂ ਨਿਊਯਾਰਕ ਟਾਈਮਜ਼ ਦੀ ਖਬਰ ਮੁਤਾਬਕ ਸਰਕਾਰ ਨੇ ਟਰੰਪ ਦੇ ਅਹੁਦਾ ਛੱਡਣ ਤੋਂ ਬਾਅਦ ਮਾਰੇ ਲਾਗੋ ਤੋਂ 300 ਤੋਂ ਜ਼ਿਆਦਾ ਗੁਪਤ ਦਸਤਾਵੇਜ਼ ਬਰਾਮਦ ਕੀਤੇ ਨੇ। ਦਰਅਸਲ ਵਿਸ਼ੇਸ਼ ਮਾਸਟਰ ਨੂੰ ਮਾਰੇ ਲਾਗੋ ਤੋਂ ਬਰਾਮਦ ਦਸਤਾਵੇਜ਼ਾਂ ਦਾ ਨਿਰੀਖਣ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਏਗੀ ਅਤੇ ਉਹਨਾਂ ਲੋਕਾਂ ਨੂੰ ਵੱਖ-ਵੱਖ ਕੀਤਾ ਜਾਏਗਾ ਜਿਨ੍ਹਾਂ ਨੂੰ ਵਿਸ਼ੇਸ਼ ਅਧਿਕਾਰ ਪ੍ਰਾਪਤ ਨੇ। ਅਮਰੀਕਾ ਤੋਂ ਇੱਕ ਦੁਖਦਾਈ ਖਬਰ ਆਈ ਹੈ, ਜਿੱਥੇ ਜ਼ਿਓਨ ਨੈਸ਼ਨਲ ਪਾਰਕ ਨੇ ਬੀਤੇ ਦਿਨ ਮੰਗਲਵਾਰ 23 ਅਗਸਤ ਨੂੰ ਪੁਸ਼ਟੀ ਕੀਤੀ ਹੈ ਕਿ ਜ਼ੇਟਲ ਅਗਨੀਹੋਤਰੀ ਨਾਂ ਦੀ ਭਾਰਤੀ ਮੂਲ ਦੀ ਮਹਿਲਾ ਦੀ ਲਾਸ਼ ਪਾਰਕ ਦੇ ਕੋਰਟ ਆਫ ਦਾ ਪੈਟਰੀਓਕਾਰਸ ਨੇੜੇ ਵਰਜ਼ਨ ਦੀ ਨਦੀ ਵਿੱਚ ਮਿਲੀ ਹੈ, ਜੋ ਪਿਛਲੇ ਦਿਨ ਦੀ 19 ਅਗਸਤ ਤੋਂ ਉਟਾਹ ਰਾਹ ਵਿੱਚ ਹਾਈਕਿੰਗ ਦੌਰਾਨ ਲਾਪਤਾ ਹੋ ਗਈ ਸੀ। ਅਗਨੀਹੋਤਰੀ ਐਰੀਜ਼ੋਨਾ ਦੀ ਰਹਿਣ ਵਾਲੀ ਸੀ। ਮਾਰੀ ਗਈ ਭਾਰਤੀ ਮੂਲ ਦੀ ਇਹ ਮਹਿਲਾ ਐਰੀਜ਼ੋਨਾ ਹਾਈਡਰੋਲੋਜੀ ਅਤੇ ਵਾਯੂਮੰਡਲ ਵਿਗਿਆਨ ਦੀ ਅਗਨੀਹੋਤਰੀ ਸਕੂਲ ਵਿੱਚ ਇੱਕ ਗ੍ਰੈਜੂਏਟ ਵਿਦਿਆਰਥਣ ਸੀ। ਜੇਟਲ ਅਗਨੀਹੋਤਰੀ ਦੀ ਭਾਲ ਵਿੱਚ ਕਰੀਬ 200 ਲੋਕਾਂ ਨੇ ਮਦਦ ਕੀਤੀ ਹੈ। ਮ੍ਰਿਤਕ ਅਗਨੀਹੋਤਰੀ ਐਰੀਜ਼ੋਨਾ ਨੇੜੇ ਦੱਖਣੀ ਉਟਾਹ ਵਿੱਚ, ਜਿੱਥੇ ਯਾਤਰੀ ਸ਼ਾਨਦਾਰ ਲਾਲ ਚਟਾਨਾਂ ਤੇ ਤੰਗ ਘਾਟੀਆਂ ਲਈ ਜਾਣੇ ਜਾਂਦੇ ਪਾਰਕ ਦੇ ਪ੍ਰਸਿੱਧ ਨਾਰੋਜ਼ ਖੇਤਰ ਵਿਖੇ ਦੇਖਣ ਜਾਂਦੇ ਨੇ ਅਤੇ ਉਹ ਵੀ ਇਸ ਨੂੰ ਦੇਖਣ ਗਈ ਸੀ। ਉੱਥੇ ਪਾਣੀ ਦੇ ਤੇਜ਼ ਵਹਾਅ ਕਾਰਨ ਉਹ ਤਿਲਕ ਗਈ ਅਤੇ ਪਾਣੀ ਦੇ ਵਹਾਅ ਨਾਲ ਨਦੀ ਵਿੱਚ ਡਿੱਗ ਗਈ, ਜਿਸ ਮਗਰੋਂ ਕਾਫੀ ਭਾਲ ਕਰਨ ਤੇ ਬੀਤੇ 23 ਅਗਸਤ ਨੂੰ ਉਸ ਦੀ ਲਾਸ਼ ਮਿਲੀ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਅਮਰੀਕੀ ਸੈਮੀਕੰਡਕਟਰ ਉਤਪਾਦਕਾਂ ਦਾ ਸਮਰਥਨ ਕਰਨ ਅਤੇ ਚੀਨ ਦੇ ਨਾਲ ਮੁਕਾਬਲੇ 'ਚ ਆਪਣੀ ਸਥਿਤੀ ਨੂੰ ਮਜ਼ਬੂਤ ਕਰਨ ਲਈ 52.7 ਬਿਲੀਅਨ ਅਮਰੀਕੀ ਡਾਲਰ ਦੇ ਕਾਨੂੰਨ ਤੇ ਹਸਤਾਖਰ ਕੀਤੇ ਨੇ, ਪਰ ਚੀਨ ਨੇ ਸੈਮੀਕੰਡਕਟਰ ਨੂੰ ਲੈ ਕੇ ਇਸ ਨਵੇਂ ਅਮਰੀਕੀ ਕਾਨੂੰਨ ਦਾ ਵਿਰੋਧ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕਾ ਵੱਲੋਂ ਅਪਣਾਇਆ ਗਿਆ ਨਵੀਂ ਚਿਪ ਅਤੇ ਵਿਗਿਆਨਕ ਐਕਟ ਸੰਸਾਰਿਕ ਸਪਲਾਈ ਚੇਨ ਨੂੰ ਬੰਦ ਕਰੇਗਾ, ਜਿਸ ਦਾ ਪ੍ਰਭਾਵ ਕੌਮਾਂਤਰੀ ਵਪਾਰ ਤੇ ਪਏਗਾ, ਜਦਕਿ ਅਮਰੀਕੀ ਕਾਨੂੰਨ ਅਨੁਸਾਰ ਇਸ ਦੇ ਤਹਿਤ ਸੈਮੀਕੰਡਕਟਰ ਇੰਡਸਟਰੀ ਨੂੰ ਕਰੀਬ 52 ਮਿਲੀਅਨ ਡਾਲਰ ਦੀ ਸਬਸਿਡੀ ਮਿਲੇਗੀ। ਪਰ ਇਹ ਸਬਸਿਡੀ ਉਹਨਾਂ ਕੰਪਨੀਆਂ ਨੂੰ ਦਿੱਤੀ ਜਾਏਗੀ ਜੋ 10 ਸਾਲ ਤੱਕ ਚਿਪ ਦੇ ਖੇਤਰ 'ਚ ਚੀਨ ਦੇ ਨਾਲ ਕੋਈ ਕਾਰੋਬਾਰ ਨਹੀਂ ਕਰੇਗੀ। ਬਿੱਲ ਪਾਸ ਹੋਣ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰਾਲਾ ਨੇ ਇਸ ਨੂੰ ਲੈ ਕੇ ਸਖਤ ਇਤਰਾਜ਼ ਜਤਾਇਆ। ਚੀਨੀ ਵਿਦੇਸ਼ ਮੰਤਰਾਲਾ ਦਾ ਕਹਿਣਾ ਹੈ ਕਿ ਜੇਕਰ ਸਭ ਸੰਸਾਰਿਕ ਸਪਲਾਈ ਚੇਨ ਨੂੰ ਬੰਦ ਕਰਾਂਗੇ ਅਤੇ ਕੌਮਾਂਤਰੀ ਵਪਾਰ ਵਿੱਚ ਰੁਕਾਵਟ ਪਾਵਾਂਗੇ। ਵਾਂਗ ਨੇ ਕਿਹਾ ਕਿ ਚੀਨ ਉਸ ਦਾ ਸਖਤ ਵਿਰੋਧ ਕਰਦਾ ਹੈ। ਅਮਰੀਕਾ ਆਪਣੇ ਖੁਦ ਦੇ ਵਿਕਾਸ ਦੇ ਤਰੀਕਿਆਂ ਨੂੰ ਚੁਣਨ ਲਈ ਸੁਤੰਤਰ ਹੈ, ਪਰ ਉਹਨਾਂ ਨੂੰ ਚੀਨ ਦੇ ਵਿਕਾਸ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਚਾਹੀਦਾ ਤੇ ਸੰਸਾਰਕ ਵਪਾਰ ਸੰਗਠਨ ਦੇ ਨਿਯਮ ਅਤੇ ਪਾਰਦਰਸ਼ਤਾ ਅਤੇ ਗੈਰ ਭੇਦਭਾਵ ਦੇ ਸਿਧਾਂਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਵਾਂਗ ਨੇ ਕਿਹਾ ਕਿ ਅਮਰੀਕਾ ਨੂੰ ਸੰਸਾਰਕ ਉਤਪਾਦਨ ਅਤੇ ਸਪਲਾਈ ਚੇਨ ਦੀ ਰੱਖਿਆ
ਕਰਨੀ ਚਾਹੀਦੀ ਹੈ। ਅਮਰੀਕਾ ਦੀ ਅਗਵਾਈ ਵਾਲੇ ਚਿਪ 4 ਅਲਾਇੰਸ ਵਿੱਚ ਦੱਖਣੀ ਕੋਰੀਆ, ਜਾਪਾਨ ਅਤੇ ਤਾਇਵਾਨ ਸ਼ਾਮਲ ਹੈ। ਚਿਪ 6 ਅਲਾਇੰਸ ਨੇ ਚੀਨ ਨੂੰ ਚਿੰਤਿਤ ਕਰ ਦਿੱਤਾ ਹੈ ਕਿਉਂਕਿ ਇਹ ਕਦਮ ਇੱਕ ਚਿਪ ਨਿਰਮਾਤਾ ਦੇ ਰੂਪ ਵਿੱਚ ਬੀਜਿੰਗ ਦੀਆਂ ਵੱਧਦੀਆਂ ਯੋਗਤਾਵਾਂ ਤੇ ਰੋਕ ਲਗਾਉਣ ਲਈ ਹੈ। ਸੀਰੀਆ ਵਿੱਚ 2 ਰਾਕਟ ਹਮਲਿਆਂ ਵਿੱਚ 3 ਅਮਰੀਕੀ ਸੈਨਿਕਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ। ਯੂਐਸ ਸੈਂਟਰਲ ਕਮਾਂਡ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸੀਰੀਆ ਵਿੱਚ 2 ਰਾਕਟ ਹਮਲਿਆਂ 'ਚ 3 ਅਮਰੀਕੀ ਸੈਨਿਕ ਜ਼ਖਮੀ ਹੋ ਗਏ, ਜਿਸ ਤੋਂ ਬਾਅਦ ਅਮਰੀਕਾ ਨੇ ਵੀ ਹੈਲੀਕਾਪਟਰਾਂ ਨਾਲ ਹਮਲੇ ਦਾ ਜਵਾਬ ਦਿੱਤਾ। ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਜ਼ਖਮੀ 3 ਸੈਨਿਕਾਂ ਵਿੱਚੋਂ ਇੱਕ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ, ਜਦੋਂ ਕਿ 2 ਦਾ ਇਲਾਜ ਜਾਰੀ ਹੈ। ਯੂਐਸ ਸੈਂਟਰਲ ਕਮਾਂਡ ਨੇ ਕਿਹਾ ਕਿ ਇਰਾਨ ਹਮਾਇਤੀ ਅੱਤਵਾਦੀਆਂ ਨੇ ਬੁੱਧਵਾਰ ਸ਼ਾਮ ਨੂੰ ਉੱਤਰ ਪੂਰਬ ਸੀਰੀਆ ਵਿੱਚ ਕਨੋਕੋ ਅਤੇ ਗ੍ਰੀਨ ਵਿਲੇਜ ਦੋਵਾਂ ਵਿੱਚ ਅਮਰੀਕੀ ਸੈਨਿਕਾਂ ਦੀ ਰਿਹਾਇਸ਼ ਤੇ ਰਾਕਟ ਦਾਗੇ। ਹਾਲਾਂਕਿ ਅਮਰੀਕਾ ਫੋਰਸਾਂ ਨੇ ਹਮਲੇ ਲਈ ਹੈਲੀਕਾਪਟਰ ਦੀ ਵਰਤੋਂ ਕਰਕੇ ਉਹਨਾਂ ਨੂੰ ਕਰਾਰਾ ਜਵਾਬ ਦਿੱਤਾ ਤੇ ਰਾਕਟ ਲਾਂਚ ਕਰਨ ਲਈ ਇਸਤੇਮਾਲ ਕੀਤੀਆਂ 3 ਗੱਡੀਆਂ ਅਤੇ ਉਪਕਰਣਾਂ ਨੂੰ ਤਬਾਹ ਕਰ ਦਿੱਤਾ। ਸਪੁਤਨਿਕ ਨੇ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਅਮਰੀਕੀ ਫੌਜ ਨੇ 2 ਜਾਂ 3 ਸ਼ੱਕੀ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਨੇ ਮੈਟਰੋ ਸੈਂਟਰ ਦੇ ਸਬਵੇ ਸਟਾਪ ਤੇ 2 ਵਿਅਕਤੀਆਂ ਤੇ ਚਾਕੂ ਨਾਲ ਹਮਲਾ ਕੀਤਾ ਗਿਆ। ਜੀ ਹਾਂ, ਫੌਕਸ ਨਿਊਜ਼ ਨੇ ਮੈਟਰੋਪੋਲੀਟਨ ਪੁਲਿਸ ਵਿਭਾਗ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ ਕਿ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਇਹ ਘਟਨਾ ਮੰਗਲਵਾਰ ਦੁਪਹਿਰ ਨੂੰ ਹੋਈ ਹੈ। ਜਦੋਂ ਐਮਪੀਡੀ ਦੇ 2 ਅਧਿਕਾਰੀ ਮੈਟਰੋ ਸੈਂਟਰ ਪਹੁੰਚੇ ਤਾਂ ਉਹਨਾਂ ਨੂੰ ਉੱਥੇ 2 ਪੀੜਤ ਮਿਲੇ। ਇਹਨਾਂ ਚੋਂ ਇੱਕ ਬੇਹੋਸ਼ੀ ਦੀ ਹਾਲਤ ਵਿੱਚ ਸੀ ਅਤੇ ਠੀਕ ਤਰ੍ਹਾਂ ਨਾਲ ਸਾਹ ਨਹੀਂ ਲੈ ਰਿਹਾ ਸੀ, ਜਦਕਿ ਦੂਜੀ ਔਰਤ ਹੈ ਜਿਸ ਨੂੰ ਸੱਟਾਂ ਲੱਗੀਆਂ ਨੇ। ਹਾਲਾਂਕਿ ਉਹ ਜ਼ਿਆਦਾ ਗੰਭੀਰ ਨਹੀਂ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਦੁਪਹਿਰ ਕਰੀਬ 3:30 ਵਜੇ ਵਾਪਰੀ। ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਮੈਟਰੋ ਸੈਂਟਰ ਸ਼ਹਿਰ ਦੇ ਸਭ ਤੋਂ ਰੁੱਝੇ ਖੇਤਰਾਂ ਚੋਂ ਇੱਕ ਸਥਿਤ ਹੈ। ਅਮਰੀਕਾ ਦੇ ਨਿਊਯਾਰਕ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਪ੍ਰਾਇਮਰੀ ਚੋਣ ਵਿੱਚ ਜ਼ੈਰੀ ਨੇ ਜਿੱਤ ਦਰਜ ਕੀਤੀ ਹੈ। ਉਸਨੇ ਕੈਰੋਲਿਨ ਮੈਲੋਨੀ ਨੂੰ ਹਰਾਇਆ। ਨਾਡਲਰ ਪਹਿਲੀ ਵਾਰ 1992 ਵਿੱਚ ਕਾਂਗਰਸ ਲਈ ਚੁਣੇ ਗਏ। ਹਾਊਸ ਜੁਡੀਸ਼ਨਰੀ ਕਮੇਟੀ ਦੇ ਚੇਅਰਮੈਨ ਵਜੋਂ ਉਸਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ 2 ਮਹਾਦੋਸ਼ ਦੀ ਅਗਵਾਈ ਕੀਤੀ। ਉਹ 2 ਵਾਰ ਟਰੰਪ ਦੇ ਖਿਲਾਫ ਮਹਾਦੋਸ਼ ਚਲਾਉਣ ਦੇ ਕਵਾਇਦ ਦੀ ਅਗਵਾਈ ਕਰ ਚੁੱਕੇ ਨੇ। ਨੈਡਲਰ ਦੀ ਜਿੱਤ ਦੇ ਨਾਲ ਹੀ ਮੈਲੋਨੀ ਦਾ ਕਾਂਗਰਸ ਵਿੱਚ 30 ਸਾਲ ਦਾ ਕੈਰੀਅਰ ਖਤਮ ਹੋ ਗਿਆ। ਉਹਨਾਂ ਨੇ ਵਕੀਲ ਅਤੇ ਨਿਊਯਾਰਕ ਯੂਨੀਵਰਸਿਟੀ ਦੇ ਲੈਕਚਰਾਰ ਸੂਰਜ ਪਟੇਲ ਨੂੰ ਵੀ ਹਰਾਇਆ। ਡੈਮੋਕ੍ਰੈਟਿਕ ਕਾਂਗਰੈਸ਼ਨਲ ਪ੍ਰਾਇਮਰੀ ਵਿੱਚ ਪਟੇਲ ਦੀ ਇਹ ਲਗਾਤਾਰ ਤੀਜੀ ਹਾਰ ਹੈ। ਅਮਰੀਕਾ ਦੇ ਵਿਦੇਸ਼ੀ ਮਾਮਲਿਆਂ ਬਾਰੇ ਵਿਭਾਗ ਨੇ ਸੁਰੱਖਿਆ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਰੂਸ ਆਉਣ ਵਾਲੇ ਦਿਨਾਂ ਵਿੱਚ ਯੂਕਰੇਨ ਦੇ ਬੁਨਿਆਦੀ ਢਾਂਚਿਆਂ ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ। ਕੀਵ ਵਿੱਚ ਅਮਰੀਕੀ ਦੂਤਵਾਸ ਨੇ ਸੋਮਵਾਰ ਨੂੰ ਯੂਕਰੇਨ ਵਿੱਚ ਰਹਿੰਦੇ ਅਮਰੀਕੀ ਨਾਗਰਿਕਾਂ ਨੂੰ ਤੁਰੰਤ ਦੇਸ਼ ਛੱਡਣ ਦੀ ਅਪੀਲ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਜ਼ੋਰਦਾਰ ਧਮਾਕਾ ਸੁਣਦੇ ਹੋ ਜਾਂ ਸਾਇਰਨ ਵੱਜਦਾ ਹੈ ਤਾਂ ਤੁਹਾਨੂੰ ਤੁਰੰਤ ਸੁਰੱਖਿਅਤ ਥਾਂ ਲੱਭਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਤੇ ਰੂਸੀ ਹਮਲੇ ਨੂੰ ਬੁੱਧਵਾਰ 6 ਮਹੀਨੇ ਪੂਰੇ ਹੋ ਜਾਣਗੇ ਅਤੇ ਇਸੇ ਦਿਨ ਹੀ ਯੂਕਰੇਨ ਨੂੰ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਮਿਲੀ ਸੀ। ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਨਸਨ, ਫਰਾਂਸ ਦੇ ਰਾਸ਼ਟਰਪਤੀ ਇਮਾਨੂਅਲ ਮੈਕਰੋਂ ਅਤੇ ਜਰਮਨ ਚਾਂਸਲਰ ਉਲਫ ਸ਼ੋਲਜ਼ ਨਾਲ ਦੱਖਣ ਪੂਰਬੀ ਯੂਕਰੇਨ 'ਚ ਜ਼ਪੋਰਜ਼ੀਆ ਪਰਮਾਣੂ ਪਲਾਂਟ ਨੇੜੇ ਗੋਲੀਬਾਰੀ ਬਾਰੇ ਚਿੰਤਾ ਜਤਾਈ ਹੈ। ਅਮਰੀਕਾ ਨੇ 24 ਫਰਵਰੀ ਨੂੰ ਯੂਕਰੇਨ ਤੇ ਰੂਸ ਦੇ ਹਮਲੇ ਤੋਂ ਬਾਅਦ ਮਾਸਕੋ ਦੀ ਲੀਡਰਸ਼ਿਪ ਸਮੇਤ ਲਗਭਗ 5000 ਰੂਸੀ ਨਾਗਰਿਕਾਂ ਤੇ ਪਾਬੰਦੀਆਂ ਲਗਾਈਆਂ ਨੇ। ਇਸ ਸੰਬੰਧੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਿਹਾ 24 ਫਰਵਰੀ 2022 ਤੋਂ ਅਮਰੀਕਾ ਨੇ ਯੂਕਰੇਨ ਅਤੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਲਗਭਗ 5000 ਵਿਅਕਤੀਆਂ ਤੇ ਵੀਜ਼ਾ ਪਾਬੰਦੀਆਂ ਲਗਵਾਉਣ ਲਈ ਕਦਮ ਚੁੱਕੇ ਨੇ। ਕੈਨੇਡੀਅਨ ਠੱਗਾਂ ਦੇ ਨਿਸ਼ਾਨੇ ਤੇ ਹੁਣ ਕੌਮਾਂਤਰੀ ਵਿਦਿਆਰਥੀ ਆ ਚੁੱਕੇ ਨੇ ਅਤੇ ਕਿਰਾਏ ਤੇ ਕਮਰਾ ਦਿਵਾਉਣ ਦੇ ਬਹਾਨੇ ਹਜ਼ਾਰਾਂ ਡਾਲਰ ਦੀਆਂ ਠੱਗੀਆਂ ਵੱਜ ਰਹੀਆਂ ਨੇ। ਭਾਰਤ ਤੋਂ ਆਈ ਇੱਕ ਵਿਦਿਆਰਥਣ ਠੱਗ ਦੀ ਤਾਜ਼ਾ ਸ਼ਿਕਾਰ ਬਣੀ ਹੈ, ਜਿਸ ਨੂੰ 2000 ਡਾਲਰ ਗਵਾਉਣੇ ਪਏ। ਲਿਵ.ਰੈਂਟ ਦੀ ਰਿਪੋਰਟ ਦੇ ਮੁਤਾਬਕ ਪੂਰੇ ਕੈਨੇਡਾ ਵਿੱਚ ਕਿਰਾਏ ਦਾ ਮਕਾਨ ਜਾਂ ਕਮਰਾ ਦਿਵਾਉਣ ਦੇ ਨਾਂ ਤੇ ਠੱਗੀਆਂ ਵੱਧਦੀਆਂ ਜਾ ਰਹੀਆਂ ਨੇ। ਭਾਰਤ ਨਾਲ ਸੰਬੰਧਿਤ ਵਿਦਿਆਰਥਣ ਨੇ ਆਪਣੀ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਤ ਤੇ ਦੱਸਿਆ ਕਿ ਉਸਨੇ ਆਪਣਾ ਸਾਰੀ ਜਮ੍ਹਾਂ ਕਰਵਾ ਕੇ ਔਰ ਸਾਰੀ ਫੀਸ ਵੀ ਗਵਾ ਦਿੱਤੀ ਹੈ ਤੇ ਹੁਣ ਮਹੀਨੇ ਦੇ ਅੰਤ ਵਿੱਚ ਪੁਰਾਣਾ ਕਮਰਾ ਵੀ ਖਾਲੀ ਕਰਨਾ ਪੈਣਾ ਹੈ। ਭਾਰਤੀ ਵਿਦਿਆਰਥਣ ਨੇ ਨਵੀਂ ਜਗ੍ਹਾ ਕਿਰਾਏ ਤੇ ਲੈਣ ਲਈ ਪੁੱਛ ਪੜਤਾਲ ਕਰਨੀ ਸ਼ੁਰੂ ਤਾਂ ਕਰ ਦਿੱਤੀ ਹੈ, ਪਰ ਇੱਕ ਸ਼ਖਸ ਨੇ ਵਾਜਬ ਦਰਾਂ ਤੇ ਕਮਰਾ ਦਿਵਾਉਣ ਦੀ ਪੇਸ਼ਕਸ਼ ਵੀ ਕੀਤੀ। ਵਿਦਿਆਰਥਣ ਨੇ ਸਾਰੇ ਅਹਿਤਿਆਤ ਵਰਤੇ ਅਤੇ ਕਮਰਾ ਦਿਖਾਉਣ ਮੌਕੇ ਉਸ ਸ਼ਖਸ ਨੇ ਆਪਣਾ ਸ਼ਨਾਖਤੀ ਕਾਰਡ ਵੀ ਦਿਖਾਇਆ, ਪਰ 2000 ਡਾਲਰ ਦੀ ਅਦਾਇਗੀ ਕਰਨ ਮਗਰੋਂ ਉਹ ਜਦ ਦੁਬਾਰਾ ਉਸ ਜਗ੍ਹਾ ਤੇ ਗਏ ਤਾਂ ਸਭ ਕੁਝ ਬਦਲ ਚੁੱਕਾ ਸੀ। ਹੁਣ ਉਹ ਪੁਰਾਣੇ ਮਕਾਨ ਮਾਲਕ ਨੂੰ ਕਮਰਾ ਛੱਡਣ ਬਾਰੇ ਆਖ ਚੁੱਕੀ ਅਤੇ ਅੱਗੇ ਨਵਾਂ ਕਮਰਾ ਕਿਰਾਏ ਤੇ ਲੈਣਾ ਵਾਜਬ ਨਹੀਂ ਹੈ। ਸੂਬਾ ਸਰਕਾਰ ਦੀਆਂ ਹਦਾਇਤਾਂ ਦੇ ਬਾਵਜੂਦ ਕੈਨੇਡਾ ਦੀਆਂ 14 ਯੂਨੀਵਰਸਿਟੀਆਂ ਵੱਲੋਂ ਸਤੰਬਰ ਵਿੱਚ ਸ਼ੁਰੂ ਹੋ ਰਹੇ ਨਵੇਂ ਅਕਾਦਮਿਕ ਵਰ੍ਹੇ ਦੌਰਾਨ ਮਾਸਕ ਲਾਜ਼ਮੀ ਕੀਤੇ ਗਏ ਨੇ। ਐਲਬਰਟਾ ਯੂਨੀਵਰਸਿਟੀ ਵਿੱਚ ਇਨਫੈਕਸ਼ਨਸ ਡਿਸੀਜ਼ ਦੀ ਮਾਹਰ ਡਾਕਟਰ ਲਾਇਨੋਰੋ ਨੇ ਕਿਹਾ
ਕਿ ਫਿਲਹਾਲ ਨਵੀਂ ਲਹਿਰ ਉੱਠਣਾ ਖਤਰਾ ਬਰਕਰਾਰ ਹੈ, ਜਿਸ ਨੂੰ ਵੇਖਦਿਆਂ ਇਹਤਿਆਤ ਵਰਤੇ ਜਾਣ ਤਾਂ ਚੰਗਾ ਹੋਏਗਾ। ਅੰਟੋਰੀਓ ਦੇ ਲੰਡਨ ਸ਼ਹਿਰ ਵਿਖੇ ਸਥਿਤ ਵੈਸਟਰਨ ਯੂਨੀਵਰਸਿਟੀ ਅਤੇ ਇਸ ਨਾਲ ਸੰਬੰਧਿਤ ਹਿਊਰਨ ਯੂਨੀਵਰਸਿਟੀਜ਼ ਕਾਲਜ ਵਿੱਚ ਵੈਕਸੀਨੇਸ਼ਨ ਦੀ ਸ਼ਰਤ ਵੀ ਲਾਗੂ ਕੀਤੀ ਗਈ ਹੈ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਕੋਰੋਨਾ ਮਹਾਮਾਰੀ ਦੀ ਅਗਲੀ ਲਹਿਰ ਬਾਰੇ ਪੇਸ਼ੀਨਗੋਈ ਕਰਨੀ ਬਹੁਤ ਮੁਸ਼ਕਿਲ ਹੈ, ਜਿਸ ਦੇ ਮੱਦੇਨਜ਼ਰ ਇਹਤਿਆਤ ਕਦਮ ਉਠਾਉਣੇ ਜ਼ਰੂਰੀ ਨੇ। ਹੈਲੀਫੈਕਸ ਦੀ ਡਲਹੌਜ਼ੀ ਯੂਨੀਵਰਸਿਟੀ ਵਿੱਚ ਕਲਾਸਾਂ ਦੌਰਾਨ ਵੀ ਮਾਸਕ ਲਾਜ਼ਮੀ ਕੀਤੇ ਗਏ ਨੇ, ਜਦੋਂ ਕਿ ਲਾਇਬ੍ਰੇਰੀਆਂ ਅਤੇ ਪੜ੍ਹਨ ਵਾਲੀਆਂ ਹੋਰ ਸਾਂਝੀਆਂ ਥਾਵਾਂ ਤੇ ਮਰਜ਼ੀ ਮੁਤਾਬਕ ਮਾਸਕ ਲਗਾਉਣ ਦੀ ਛੋਟ ਦਿੱਤੀ ਗਈ ਹੈ। ਉਧਰ ਯੂਨੀਵਰਸਿਟੀ ਆਫ ਐਡਮਿੰਟਨ ਦੇ ਵਿਦਿਆਰਥੀ ਨੇ ਦੱਸਿਆ ਹੈ ਕਿ ਮਾਸਕ ਨਾਲੋਂ ਵੈਕਸੀਨੇਸ਼ਨ ਲਾਜ਼ਮੀ ਕਰਨ ਤੇ ਜ਼ੋਰ ਦੇਣਾ ਚਾਹੀਦਾ ਹੈ। ਅਮਰੀਕੀ ਫੌਜ ਨੇ ਪੂਰਬੀ ਸੀਰੀਆ ਵਿੱਚ ਲੜਾਕਿਆਂ ਵੱਲੋਂ ਵਰਤੇ ਜਾ ਰਹੇ ਇਲਾਕਿਆਂ ਤੇ ਹਵਾਈ ਹਮਲੇ ਕੀਤੇ। ਇਨ੍ਹਾਂ ਲੜਾਕਿਆਂ ਨੂੰ ਈਰਾਨ ਦੇ ਨੀਮ ਫੌਜੀ ਬਲਾਂ ਵੱਲੋਂ ਹਮਾਇਤ ਦਿੱਤੀ ਜਾ ਰਹੀ ਹੈ। ਸੀਰੀਆ ਦੇ ਸਰਕਾਰੀ ਮੀਡੀਆ ਅਤੇ ਈਰਾਨ ਨੇ ਦਾਇਰੇ-ਏ-ਜ਼ੋਰ ਦੇ ਹੋਏ ਇਨ੍ਹਾਂ ਹਮਲਿਆਂ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ। ਸੀਰੀਆ ਦੀ ਇੱਕ ਮਨੁੱਖੀ ਅਧਿਕਾਰ ਸੰਸਥਾ ਨੇ ਦੱਸਿਆ ਕਿ ਇਸ ਹਮਲੇ ਵਿੱਚ 6 ਸੀਰੀਆਈ ਅਤੇ ਵਿਦੇਸ਼ੀ ਅੱਤਵਾਦੀ ਮਾਰੇ ਗਏ ਨੇ। ਸੈਂਟਰਲ ਕਮਾਂਡ ਦੇ ਬੁਲਾਰੇ ਕਰਨਲ ਜ਼ੋ ਨੇ ਕਿਹਾ, ਅਮਰੀਕੀ ਕਰਮਚਾਰੀਆਂ ਦੀ ਸੁਰੱਖਿਆ ਤੇ ਬਚਾਅ ਲਈ ਅੱਜ ਦੇ ਹਮਲੇ ਜ਼ਰੂਰੀ ਸਨ। ਉਹਨਾਂ ਨੇ ਕਿਹਾ ਕਿ ਹਮਲਾ 15 ਅਗਸਤ ਨੂੰ ਅਮਰੀਕੀ ਫੌਜ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਦੇ ਜਵਾਬ ਵਿੱਚ ਕੀਤਾ ਗਿਆ ਹੈ। ਅਮਰੀਕਾ ਦੇ ਵਿਨਸੈਂਟ ਸ਼ਹਿਰ ਦੀ ਸਿਟੀ ਕੌਂਸਲ ਨੇ 2 ਮਹੀਨੇ ਪਹਿਲਾਂ ਇੱਕ ਪੁਲਿਸ ਅਫਸਰ ਵੱਲੋਂ ਆਪਣੇ ਇੱਕ ਸਾਥੀ ਨੂੰ ਨਸਲੀ ਸੁਨੇਹਾ ਭੇਜਣ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਆਰਜ਼ੀ ਤੌਰ ਤੇ ਪੁਲਿਸ ਵਿਭਾਗ ਭੰਗ ਕਰ ਦਿੱਤਾ। ਅਲਬਾਮਾ ਸੂਬੇ 'ਚ ਪੈਂਦੀ ਸਿਟੀ ਕੌਂਸਲ ਦੀ ਹੰਗਾਮੀ ਮੀਟਿੰਗ ਵਿੱਚ ਪੁਲਿਸ ਵਿਭਾਗ ਭੰਗ ਕਰਨ ਦਾ ਮਤਾ ਲਿਆਂਦਾ ਗਿਆ, ਜੋ ਵਿਚਾਰ ਵਟਾਂਦਰੇ ਉਪਰੰਤ ਸਰਬਸੰਮਤੀ ਨਾਲ ਪ੍ਰਵਾਨ ਹੋ ਗਿਆ। ਇਸ ਤੋਂ ਪਹਿਲਾਂ ਅਗਸਤ ਦੇ ਸ਼ੁਰੂ ਵਿੱਚ ਸਿਟੀ ਕੌਂਸਲ ਨੇ ਪੁਲਿਸ ਮੁਖੀ ਤੇ ਸਹਾਇਕ ਪੁਲਿਸ ਮੁਖੀ ਨੂੰ ਤਨਖਾਹ ਸਮੇਤ ਮੁਅੱਤਲ ਕਰ ਦਿੱਤਾ ਸੀ ਤੇ ਤੀਸਰਾ ਪੁਲਿਸ ਅਫਸਰ ਉਸੇ ਦਿਨ ਹੀ ਅਸਤੀਫਾ ਦੇ ਗਿਆ ਸੀ। ਅਮਰੀਕਾ ਵਿੱਚ ਮੰਕੀ ਪੌਕਸ ਵਾਇਰਸ ਨੇ ਕਹਿਰ ਮਚਾ ਦਿੱਤਾ ਹੈ। ਇਹ ਵਾਇਰਸ ਦੇਸ਼ ਦੇ ਸਾਰੇ 50 ਰਾਜਾਂ ਵਿੱਚ ਫੈਲ ਚੁੱਕਾ ਹੈ। ਇਸ ਮਗਰੋਂ ਸਰਕਾਰ ਚੌਕਸ ਹੋ ਗਈ ਹੈ। ਹਾਲ ਹੀ ਵਿੱਚ ਅਮਰੀਕਾ 'ਚ ਮੰਕੀ ਪੌਕਸ ਵਾਇਰਸ ਦੇ ਮਾਮਲੇ ਕਿਸੇ ਵੀ ਹੋਰ ਦੇਸ਼ ਦੇ ਨਾਲੋਂ ਵੱਧ ਹੋ ਰਹੇ ਨੇ। ਅਮਰੀਕਾ ਵਿੱਚ ਮੰਕੀ ਪੌਕਸ ਵਾਇਰਸ ਦਾ ਪਹਿਲਾ ਮਾਮਲਾ 19 ਮਈ 2022 ਨੂੰ ਬੋਸਟਨ, ਮੈਸਾਚਿਊਸੇਟਸ ਵਿੱਚ ਸਾਹਮਣੇ ਆਇਆ ਸੀ। ਅਫਰੀਕੀ ਮਹਾਦੀਪ ਤੋਂ ਬਾਅਦ ਅਮਰੀਕਾ ਚੌਥੇ ਦੇਸ਼ ਨੇ ਜਿੱਥੇ 2022 ਵਿੱਚ ਮੰਕੀ ਪੌਕਸ ਵਾਇਰਸ ਕਾਇਮ ਹੈ। ਵਿਸ਼ਵ ਸਿਹਤ ਸੰਗਠਨ ਯਾਨੀ ਕਿ WHO ਨੇ 4 ਅਗਸਤ ਨੂੰ ਮੰਕੀ ਪੌਕਸ ਨੂੰ ਜਨਤਕ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ। 22 ਅਗਸਤ ਨੂੰ ਵਾਇਮਿੰਗ ਰਾਜ ਵਿੱਚ ਪਹਿਲਾ ਕੇਸ ਜਾਣ ਦੇ ਨਾਲ ਮੰਕੀ ਪੌਕਸ ਵਾਇਰਸ ਅਮਰੀਕਾ ਦੇ ਸਾਰੇ 50 ਰਾਜਾਂ ਵਿੱਚ ਫੈਲ ਗਿਆ। ਵਾਇਮਿੰਗ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਲਾਰਮੀ ਕਾਉਂਟੀ ਵਾਇਮਿੰਗ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਮੰਕੀ ਪੌਕਸ ਤੋਂ ਪੀੜਤ ਪਾਇਆ ਗਿਆ। ਇਸ ਦੇ ਨਾਲ ਹੀ ਸੰਕਰਮਿਤ ਵਿਅਕਤੀ ਦੇ ਸੰਪਰਕ ਤੇ ਨਜ਼ਰ ਰੱਖੀ ਜਾ ਰਹੀ ਹੈ। ਉਸ ਸਮੇਂ ਵਾਇਓਮਿੰਗ ਦੇ ਸਿਹਤ ਅਧਿਕਾਰੀ ਅਤੇ ਰਾਸ਼ਟਰੀ ਮਹਾਮਾਰੀ ਵਿਗਿਆਨ ਅਲੈਕਸੀਆ ਨੇ ਕਿਹਾ, ਕਿਉਂਕਿ ਮੰਕੀ ਪੌਕਸ ਇੱਕ ਲਾਗਦੀ ਬਿਮਾਰੀ ਹੈ, ਇਹ ਕਦੇ ਨਹੀਂ ਸੋਚਦੇ ਹਾਂ ਕਿ ਵਾਇਰਸ ਦਾ ਜ਼ੋਖਮ ਹੁਣ ਸਥਾਨਕ ਭਾਈਚਾਰੇ ਜਾਂ ਵਾਇਮਿੰਗ ਦੇ ਜ਼ਿਆਦਾਤਰ ਲੋਕਾਂ ਲਈ ਕਾਫੀ ਜ਼ਿਆਦਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅਨੁਸਾਰ ਪਿਛਲੇ ਇੱਕ ਹਫ਼ਤੇ ਵਿੱਚ ਅਮਰੀਕਾ 'ਚ ਕਿਸੇ ਵੀ ਹੋਰ ਦੇਸ਼ ਦੇ ਮੁਕਾਬਲੇ ਮੰਕੀ ਪੌਕਸ ਦੀ ਲਾਗ ਵਿੱਚ ਸਭ ਤੋਂ ਵੱਧ ਵਾਧਾ ਹੋਇਆ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਹੁਣ ਤੱਕ 130 ਭਾਰਤੀ ਅਮਰੀਕੀਆਂ ਨੂੰ ਆਪਣੇ ਪ੍ਰਸ਼ਾਸਨ ਵਿੱਚ ਅਹਿਮ ਅਹੁਦਿਆਂ ਤੇ ਨਿਯੁਕਤ ਕੀਤਾ ਹੈ, ਜੋ ਅਮਰੀਕਾ ਦੀ ਆਬਾਦੀ ਦਾ 1% ਹਿੱਸਾ ਬਣਦਾ ਹੈ। ਅਜਿਹਾ ਕਰਕੇ ਉਹਨਾਂ ਨੇ ਕੇਵਲ ਭਾਈਚਾਰੇ ਨਾਲ ਆਪਣਾ ਵਾਅਦਾ ਹੀ ਪੂਰਾ ਨਹੀਂ ਕੀਤਾ ਹੈ, ਸਗੋਂ ਡੋਨਾਲਡ ਟਰੰਪ ਅਤੇ ਬਰਾਕ ਓਬਾਮਾ ਦਾ ਰਿਕਾਰਡ ਵੀ ਤੋੜ ਦਿੱਤਾ। ਜੀ ਹਾਂ, ਟਰੰਪ ਨੇ 80 ਅਤੇ ਓਬਾਮਾ ਨੇ 60 ਭਾਰਤੀਆਂ ਨੂੰ ਅਮਰੀਕੀ ਅਹਿਮ ਅਹੁਦਿਆਂ ਤੇ ਨਿਯੁਕਤ ਕੀਤਾ ਸੀ। 40 ਤੋਂ ਵੱਧ ਭਾਰਤੀ ਅਮਰੀਕੀ ਵੱਖ-ਵੱਖ ਰਾਜਾਂ ਅਤੇ ਸੰਘੀ ਪੱਧਰਾਂ ਤੇ ਵੱਖ-ਵੱਖ ਅਹੁਦਿਆਂ ਤੇ ਸੇਵਾਵਾਂ ਨਿਭਾ ਰਹੇ ਨੇ, ਜਿਨ੍ਹਾਂ ਚੋਂ 4 ਅਮਰੀਕੀ ਪ੍ਰਤੀਨਿਧਤ ਸਭਾ ਵਿੱਚ ਤਾਇਨਾਤ ਨੇ। ਇਸੇ ਤਰ੍ਹਾਂ 20 ਤੋਂ ਵੱਧ ਅਮਰੀਕਾ ਦੀਆਂ ਪ੍ਰਮੁੱਖ ਕੰਪਨੀਆਂ ਚਲਾ ਰਹੇ ਨੇ। ਬਾਈਡਨ ਨੇ ਆਪਣੇ ਪ੍ਰਸ਼ਾਸਨ ਦੇ ਲਗਭਗ ਸਾਰੇ ਵਿਭਾਗਾਂ ਅਤੇ ਏਜੰਸੀਆਂ ਨੂੰ ਭਾਰਤੀ ਅਮਰੀਕੀਆਂ ਨੂੰ ਨਿਯੁਕਤ ਕੀਤਾ ਹੈ। ਪੂੰਜੀਪਤੀ MR ਗੰਗਾ ਸਵਾਮੀ ਨੇ ਦੱਸਿਆ ਕਿ ਭਾਰਤੀ ਅਮਰੀਕੀ ਸੇਵਾ ਭਾਵ ਨਾਲ ਭਰੇ ਹੋਏ ਨੇ ਅਤੇ ਇਹ ਉਹਨਾਂ ਵੱਲੋਂ ਨਿੱਜੀ ਖੇਤਰ ਤੋਂ ਵੱਧ ਜਨਤਕ ਖੇਤਰ ਵਿੱਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਤੋਂ ਝਲਕਦਾ ਹੈ। ਬਾਈਡਨ ਦੇ ਸੈਨੇਟਰ ਦਿਨ ਤੋਂ ਹੀ ਉਸਦਾ ਭਾਰਤੀ ਭਾਈਚਾਰਾ ਨਾਲ ਰਿਸ਼ਤਾ ਕਾਫੀ ਮਜ਼ਬੂਤ ਰਿਹਾ। ਉਹਨਾਂ ਨੇ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਅਮਰੀਕਾ ਦੇ ਉਪ ਰਾਸ਼ਟਰਪਤੀ ਚੁਣ ਕੇ ਇਤਿਹਾਸ ਕਾਇਮ ਕੀਤਾ। ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਦੌਰਾਨ ਵਿਦੇਸ਼ਾਂ ਵਿੱਚ ਠਾਹਰ ਬਣਾਉਣ ਵਾਲੇ ਯਾਨੀ ਕਿ PR ਲੈਣ ਵਾਲੇ ਮੁਲਾਜ਼ਮਾਂ ਤੇ ਅਫਸਰਾਂ ਦੀ ਸ਼ੁਰੂ ਕੀਤੀ ਜਾਂਚ ਨੇ ਇੱਥੇ ਰਹਿੰਦੇ ਲੋਕਾਂ ਨੂੰ ਫਿਕਰਾਂ 'ਚ ਪਾ ਦਿੱਤਾ ਹੈ। ਇਸ ਬਾਰੇ ਚਰਚਾ ਛਿੜਦਿਆਂ ਹੀ ਸੈਂਕੜੇ ਲੋਕਾਂ ਦੇ ਨਾਮ ਸਾਹਮਣੇ ਆਉਣ ਲੱਗੇ ਨੇ, ਜਿਨ੍ਹਾਂ ਚੋਂ ਕਈਆਂ ਨੇ ਸੇਵਾ ਮੁਕਤੀ ਵਿੱਚ 10-12 ਸਾਲ ਰਹਿੰਦਿਆਂ ਹੀ ਵਿਦੇਸ਼ੀ ਠਾਹਰ ਦੇ ਪ੍ਰਬੰਧ ਕਰ ਲਏ। ਇਹਨਾਂ ਚੋਂ ਕਈ ਤਾਂ ਬਿਨਾਂ ਛੁੱਟੀ ਲਏ ਵਿਦੇਸ਼ ਗੇੜਾ ਮਾਰਦੇ ਰਹੇ, ਇੱਥੇ ਉਹ ਵੀ ਕੰਮ ਕਰਦੇ ਰਹੇ, ਇੱਥੋਂ ਦੇ ਸਿਸਟਮ ਮੁਤਾਬਕ ਟੈਕਸ ਰਿਟਰਨਾਂ ਵੀ ਭਰਦੇ ਰਹੇ। ਅਜਿਹਾ ਕਰਨ ਵਾਲਿਆਂ 'ਚ ਪੁਲਿਸ, ਮਾਲ ਵਿਭਾਗ ਅਤੇ ਪਾਵਰਕਾਮ ਦੇ ਵੱਡੀ ਗਿਣਤੀ ਮੁਲਾਜ਼ਮ ਸ਼ਾਮਲ ਨੇ। ਆਮ ਤੌਰ ਤੇ ਸਰਕਾਰੀ ਅਫਸਰ ਬੱਚਿਆਂ ਨੂੰ ਵਿਦੇਸ਼ ਭੇਜਦੇ ਨੇ ਅਤੇ ਮਗਰੋਂ ਬੱਚੇ PR ਹੋ ਕੇ ਮਾਪਿਆਂ ਨੂੰ ਪੱਕੇ ਕਰਵਾ ਲੈਂਦੇ ਨੇ।
ਪੁਲਿਸ ਚੋਂ ਸੇਵਾ ਮੁਕਤ ਹੋ ਕੇ ਆਏ ਇੱਕ ਵਿਅਕਤੀ ਨੇ ਦੱਸਿਆ ਕਿ ਕੇਵਲ ਸਰੀ ਵਿੱਚ ਹੀ 11 ਸਾਬਕਾ ਤੇ ਮੌਜੂਦਾ ਜ਼ਿਲ੍ਹਾ ਪੁਲਿਸ ਮੁਖੀਆਂ ਦੇ ਬੱਚੇ ਰਹਿੰਦੇ ਨੇ। ਇਹਨਾਂ ਚੋਂ 9 PPS ਅਫਸਰ ਨੇ। ਜੀ ਹਾਂ, ਜ਼ਿਕਰਯੋਗ ਹੈ ਕਿ PR ਕਾਇਮ ਰੱਖਣ ਲਈ 5 ਸਾਲ 'ਚ 2 ਸਾਲ ਕੈਨੇਡਾ ਰਿਹਾਇਸ਼ ਜ਼ਰੂਰੀ ਹੁੰਦੀ ਹੈ। ਜਾਣਕਾਰੀ ਦੇ ਅਨੁਸਾਰ ਕਈ ਅਧਿਆਪਕ ਬਿਨਾਂ ਛੁੱਟੀ ਲਏ 6-6 ਮਹੀਨੇ ਕੈਨੇਡਾ ਕੱਟ ਜਾਂਦੇ ਨੇ। ਇਮੀਗ੍ਰੇਸ਼ਨ ਨਾਲ ਸੰਬੰਧਿਤ ਕਾਰੋਬਾਰ ਕਰਦੇ ਇੱਕ ਵਿਅਕਤੀ ਨੇ ਦੱਸਿਆ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਤੋਂ ਬਤੌਰ ਫੈਮਿਲੀ ਰੀਯੂਨੀਫਿਕੇਸ਼ਨ ਵਾਲਿਆਂ ਦੇ ਡੇਟਾ 'ਚੋਂ ਹੈਰਾਨੀਜਨਕ ਤੱਥ ਸਾਹਮਣੇ ਆ ਸਕਦੇ ਨੇ। ਉਹਨਾਂ ਨੇ ਦੱਸਿਆ ਕਿ ਪੰਜਾਬ ਦੇ ਸੈਂਕੜੇ ਅਫਸਰਾਂ ਨੇ ਕਿਊਬਿਕ ਵਿੱਚ ਨਿਵੇਸ਼ ਯੋਜਨਾ ਤਹਿਤ ਕੈਨੇਡਾ ਦੀ PR ਹਾਸਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੜਤਾਲ ਦੌਰਾਨ ਸੈਂਕੜੇ ਮੁਲਾਜ਼ਮ ਅਜਿਹੇ ਲੱਭੇ ਜਾਣਗੇ ਜਿਨ੍ਹਾਂ ਦਾ ਪੈਨਸ਼ਨ ਦਾ ਹੱਕ ਖੁੱਸ ਸਕਦਾ ਹੈ ਤੇ ਸਰਕਾਰੀ ਖਜ਼ਾਨੇ ਦਾ ਭਾਰ ਕਾਫੀ ਹਲਕਾ ਹੋ ਸਕਦਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਲੋਕਾਂ ਤੇ ਅਪਰਾਧਕ ਮਾਮਲੇ ਚੱਲਦੇ ਹੋਣ ਦੇ ਬਾਵਜੂਦ ਉਹ ਜਾਲੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਨਾਲ ਕੈਨੇਡਾ ਦੇ PR ਹੋ ਗਏ ਨੇ। ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਅਮਰੀਕਨ ਐਕਸਪ੍ਰੈਸ ਤੋਂ ਪਾਬੰਦੀਆਂ ਹਟਾ ਦਿੱਤੀਆਂ ਨੇ। ਅਮਰੀਕਨ ਐਕਸਪ੍ਰੈਸ ਹੁਣ ਆਪਣੇ ਕਾਰਡ ਨੈਟਵਰਕ ਵਿੱਚ ਨਵੇਂ ਘਰੇਲੂ ਗਾਹਕਾਂ ਨੂੰ ਜੋੜਨ ਦੇ ਯੋਗ ਹੋਏਗਾ। RBI ਨੇ ਕਿਹਾ ਕਿ ਅਮਰੀਕਨ ਐਕਸਪ੍ਰੈਸ ਦੁਆਰਾ ਭੁਗਤਾਨ ਪ੍ਰਣਾਲੀ ਦੇ ਡਾਟਾ ਨੂੰ ਸਟੋਰ ਕਰਨ ਦੇ ਨਿਰਦੇਸ਼ਾਂ ਦੀ ਤਸੱਲੀਬਖਸ਼ ਪਾਲਣਾ ਦੇ ਮੱਦੇਨਜ਼ਰ ਨਵੇਂ ਘਰੇਲੂ ਗਾਹਕਾਂ ਨੂੰ ਜੋੜਨ ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਤੁਰੰਤ ਪ੍ਰਭਾਵ ਨਾਲ ਹਟਾ ਦਿੱਤਾ ਗਿਆ। RBI ਨੇ ਭੁਗਤਾਨ ਪ੍ਰਣਾਲੀਆਂ ਦੇ ਡਾਟਾ ਸਟੋਰੇਜ ਦੇ ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਲਈ ਅਮਰੀਕਨ ਐਕਸਪ੍ਰੈਸ ਬੈਂਕਿੰਗ ਕਾਰਪੋਰੇਸ਼ਨ ਤੇ ਪਾਬੰਦੀਆਂ ਲਗਾਈਆਂ ਸਨ, ਜੋ 1 ਮਈ 2021 ਤੋਂ ਲਾਗੂ ਹੋਈਆਂ ਸਨ। RBI ਨੇ ਅਪ੍ਰੈਲ 2018 ਵਿੱਚ ਸਾਰੇ ਭੁਗਤਾਨ ਪ੍ਰਣਾਲੀ ਪ੍ਰਦਾਤਾਵਾਂ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਸਨ ਕਿ ਉਹ ਭਾਰਤ ਵਿੱਚ ਭੁਗਤਾਨ ਪ੍ਰਬੰਧਾਂ ਨਾਲ ਸੰਬੰਧਿਤ ਆਪਣਾ ਸਾਰਾ ਡਾਟਾ ਰੱਖਣ। ਇਸ ਦੇ ਨਾਲ ਉਹਨਾਂ ਨੂੰ ਇਸ ਸੰਬੰਧ ਵਿੱਚ ਪਾਲਣਾ ਬਾਰੇ ਕੇਂਦਰੀ ਬੈਂਕ ਨੂੰ ਵੀ ਸੂਚਿਤ ਕਰਨਾ ਸੀ ਅਤੇ ਨਿਰਦੇਸ਼ਕ ਬੋਰਡ ਦੁਆਰਾ ਪ੍ਰਵਾਨਿਤ ਸਿਸਟਮ ਆਡਿਟ ਰਿਪੋਰਟ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਜਮ੍ਹਾਂ ਕਰਵਾਉਣੀ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।